ਵਾਹਿਗੁਰੂ 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 ਵਾਹਿਗੁਰੂ। ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਬਾਣੀ ਭਗਤਾ ਕੀ। ਕਬੀਰ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ। ਵੇਦ ਕਤੀਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ। ਟੁਕ ਦਮ ਕਰਾਰੀ ਜਾਓ ਕਰਹੋ, ਹਾਜ਼ਿਰ ਹਜੂਰ ਖੁਦਾਈ। ਵੇਦ ਕਤੀਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ। ਟੁਕ ਦਮ ਕਰਾਰੀ ਜਾਓ ਕਰਹੋ, ਹਾਜ਼ਿਰ ਹਜੂਰ ਖੁਦਾਈ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੀ। ਇਹ ਜੋ ਦੁਨੀਆ ਸਿਹਰ ਮੇਲਾ, ਦਸਤਗੀਰੀ ਨਾਹੀ। ਰਹਾਉ ਦਰੋਗ ਪੜ ਪੜ ਖੁਸ਼ੀ ਹੋਈ। ਬੇਖਬਰ ਬਾਦ ਬਕਾਹੇ, ਹਕ ਸੱਚ ਖਾਲਕ ਖਾਲਕ ਮਿਆਨੇ। ਸਿਆਮ ਮੂਰਤ ਨਾਹੀ, ਅਸਮਾਨ ਮਿਆਨੇ ਲਹੰਗ ਦਰਿਆ। ਗੁਸਲ ਕਰਦਨ ਬੂਦਾ, ਕਰ ਫਕਰ ਦਾਇਮ ਲਾਈ ਚਸਮੇ। ਜਹ ਤਹ ਮੌਜੂਦ, ਅੱਲਾਹ ਪਾਕੰ ਪਾਕ ਹੈ। ਸਕ ਕਰੋ ਜੇ ਦੂਸਰ ਹੋਏ। ਕਬੀਰ ਕਰਮ ਕਰੀਮ ਕਾ, ਉਹ ਕਰ ਜਾਣੈ ਸੋਏ। ਅੱਲਾਹ ਪਾਕੰ ਪਾਕ ਹੈ, ਸਕ ਕਰੋ ਜੇ ਦੂਸਰ ਹੋਏ। ਕਬੀਰ ਕਰਮ ਕਰੀਮ ਕਾ, ਉਹ ਕਰ ਜਾਣੈ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ। ਰਾਜਾਨ ਰਾਜ, ਅਕਾਲ ਸਰੂਪ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ। ਸ਼ਬਦ ਗੁਰ ਪੀਰਾਂ ਨੇ ਜੋ ਅੰਮ੍ਰਿਤ ਵੇਲੇ ਡਿਠੇ ਸਭੇ ਥਾਮ ਨਹੀਂ ਤੁਧ ਜੇਹਿਆ। ਬਦਹੁ ਪੁਰਖ ਵਿਧਾਤੇ ਤਾਂ ਤੂੰ ਸੋਹਿਆ। ਸੱਚਖੰਡ ਹਰਿਮੰਦਰ ਸਾਹਿਬ ਵਿਖੇ ਜੋ ਹੁਕਮ ਬਖਸ਼ਿਸ਼ ਹੋਇਆ ਹੈ, ਤਿਲੰਗ ਰਾਗ ਵਿੱਚੋਂ ਹੈ। ਕਬੀਰ ਸਾਹਿਬ ਜੀ ਦਾ ਸ਼ਬਦ ਹੈ,
ਕਬੀਰ ਸਾਹਿਬ ਜੀ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 534 ਸ਼ਬਦ ਹਨ। ਇਹ ਇੱਕ ਸ਼ਬਦ ਦਾ ਜੋ ਹੁਕਮ ਆ ਜਾਇਆ ਮੂਲ ਪਾਠ ਭਾਈ ਸਾਹਿਬ ਭਾਈ ਦਿਲਰਾਜ ਸਿੰਘ ਜੀ ਇਹਨਾਂ ਆਪ ਨੂੰ ਸਰਵਣ ਕਰਵਾਇਆ ਹੈ। ਇਸ ਦੇ ਵਿਚਾਰ ਆਰੰਭ ਕਰੀਏ। ਰੱਬ ਨੂੰ ਹਰ ਬੰਦਾ ਹੀ ਪਾਉਣਾ ਚਾਹੁੰਦਾ। ਕੌਣ ਹੈ ਜੋ ਆਖੇ ਮੈਨੂੰ ਰੱਬ ਨਹੀਂ ਚਾਹੀਦਾ? ਕਿਉਂਕਿ ਬੰਦੇ ਨੇ ਇਹ ਸੁਣਿਆ ਕਿ ਰੱਬ ਮਿਲ ਜਾਏ ਤੇ ਸਭ ਕੁਝ ਹੀ ਮਿਲ ਜਾਂਦਾ ਹੈ, ਕਿਉਂਕਿ ਰੱਬ ਦੇ ਘਰ ਵਿੱਚ ਸਭ ਕੁਝ ਹੈ। ਤੇ ਜੇ ਰੱਬ ਮਿਲ ਜਾਏ ਤੇ ਸਭ ਕੁਝ ਮੇਰਾ। ਹੁਣ ਰੱਬ ਨੂੰ ਪਾਉਣ ਵਾਸਤੇ ਮੁੱਢ ਤੋਂ ਕੀ ਹੋਇਆ ਉਹ ਤੇ ਬਾਅਦ ਦੀ ਗੱਲ ਅੱਜ ਕੀ ਹੈ। ਛੋਟੀਆਂ ਮੋਟੀਆਂ ਸੰਪਰਦਾਵਾਂ ਕੁਛ ਬੰਦਿਆਂ ਦਾ ਇਕੱਠ ਹੋ ਤੇ ਪਤਾ ਨਹੀਂ ਕਿੰਨੇ ਕੁ ਹੋਣ, ਪਰ ਧਰਮ 300 ਦੇ ਕਰੀਬ ਹੈ, ਜਿਨ੍ਹਾਂ ਵਿੱਚੋਂ ਤੁਹਾਡਾ ਵੀ ਇੱਕ ਸਿੱਖ ਧਰਮ ਹੈ। 300 ਧਰਮ ਹਨ, ਉਹਨਾਂ ਦੇ ਗ੍ਰੰਥ ਹਨ, ਉਹਨਾਂ ਦੇ ਧਾਰਮਿਕ ਸਥਾਨ ਹਨ। ਸਾਡੇ ਵੀ ਧਾਰਮਿਕ ਸਥਾਨ ਹਨ ਜਿਨ੍ਹਾਂ ਨੂੰ ਗੁਰਧਾਮ ਕਹਿੰਦੇ ਹਾਂ। ਇਹ ਸਾਡੇ ਸਥਾਨ ਹਨ ਔਰ ਦਿਨ ਬ ਦਿਨ ਵੱਧਦੇ ਜਾਂਦੇ ਨੇ, ਹੋਰ ਬਣਦੇ ਜਾਂਦੇ ਨੇ, ਨਵੇਂ ਬਣ ਰਹੇ ਹਨ। ਸਾਡੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਹਰ ਧਰਮ ਦੇ ਕੋਲ ਲਿਟਰੇਚਰ ਹੈ, ਸਕ੍ਰਿਪਚਰ ਹੈ। ਸਕ੍ਰਿਪਚਰ ਹੁੰਦਾ ਧੁਰ ਕੀ ਬਾਣੀ, ਉਹ ਕਿਸੇ ਬੰਦੇ ਦੀ ਬਾਣੀ ਨਹੀਂ। ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲਓ। ਤੇ ਲਿਟਰੇਚਰ ਉਹ ਹੁੰਦਾ ਜਿਹੜਾ ਵਿਆਖਿਆ ਵਜੋਂ ਬੰਦਿਆਂ ਨੇ ਲਿਖਿਆ ਹੋਵੇ। ਹੁਣ ਸਾਡੇ ਕੋਲ ਹੀ ਇੰਨਾ ਹੈ ਕਿ ਇੱਕ ਉਮਰ ਵਿੱਚ ਤੇ ਇੱਕ ਬੰਦੇ ਲਈ ਪੜ੍ਹਨਾ ਮੁਸ਼ਕਲ ਹੈ। ਹਰ ਧਰਮ ਕੋਲ ਐਸਾ ਹੈ। ਇਸਲਾਮ ਦਾ ਆਪਣਾ ਸਾਹਿਤ ਹੈ। ਉਹ ਕੁਰਾਨ ਨੂੰ ਲਿਟਰੇਚਰ ਨਹੀਂ ਕਹਿੰਦੇ, ਸਕ੍ਰਿਪਚਰ ਕਹਿੰਦੇ ਨੇ। ਇਸੇ ਤਰ੍ਹਾਂ ਵੇਦਾਂ ਨੂੰ ਉਹ ਕਹਿੰਦੇ ਨੇ। ਪਰ ਮੈਂ ਬੇਨਤੀ ਕਰਾਂ, ਅੱਜ ਤੇ ਗ੍ਰੰਥ ਖੋਜੇ ਜਾ ਰਹੇ ਨੇ ਕਿ ਰੱਬ ਕਿੱਥੇ ਹੈ, ਰੱਬ ਮਿਲੇ। ਪਰ ਇੱਕ ਦਿਨ ਤੇ ਐਸਾ ਸੀ, ਮੈਂ ਬਚਪਨ 'ਚ ਵੇਖਿਆ, ਡਾਕੀਏ ਨੇ ਚਿੱਠੀ ਲੈ ਕੇ ਆਉਣਾ ਤੇ ਚਿੱਠੀਆਂ ਆਮ ਆਉਂਦੀਆਂ ਸਨ ਫੌਜੀਆਂ ਦੀਆਂ। ਬਾਕੀ ਤੇ ਜੇ ਕਿਸੇ ਨੇ ਕੁਝ ਭੇਜਣਾ ਨਾ, ਵਿਆਹ ਆਦਿਕਾਂ ਜਾਂ ਕੋਈ ਹੋਰ ਮਰਨਾ ਪਰਨਾ, ਉਹ ਕਿਸੇ ਕੰਮੀ ਦੇ ਹੱਥ ਭੇਜ ਦਿਆ। ਅੱਜ ਤੇ ਕੰਮੀ ਕਿਸੇ ਨੂੰ ਕਹਿਣਾ ਕਾਨੂੰਨ ਜੁਰਮ ਹੈ, ਪਰ ਉਹਦੇ ਹੱਥ ਭੇਜਣਾ ਵੀ ਜਾ ਜਾ ਕੇ ਦੇ ਆ। ਤੇ ਉਹ ਡਾਕੀਏ ਨੂੰ ਕਹਿਣਾ ਤੂੰ ਹੀ ਪੜ੍ਹ ਜਾ, ਕਿਉਂਕਿ ਪੜ੍ਹਿਆ ਇੱਥੇ ਕੋਈ ਨਹੀਂ। ਇੱਕ ਦਿਨ ਐਸਾ ਸੀ ਕਿ ਬੰਦਾ ਪੜ੍ਹਿਆ ਲੱਭਣਾ ਮੁਸ਼ਕਲ ਸੀ, ਤੇ ਇੱਕ ਦਿਨ ਐਸਾ ਸੀ ਕੋਈ ਵੀ ਨਹੀਂ ਸੀ ਪੜ੍ਹਿਆ। ਜੇ ਕੁਝ ਅਨਪੜ੍ਹ ਨੇ, ਬਹੁਤੇ ਵੀ ਹੋ ਸਕਦੇ ਨੇ, ਕਿ ਇੱਕ ਦਿਨ ਐਸਾ ਸੀ ਕਾਗਜ਼ ਵੀ ਨਹੀਂ ਸੀ, ਕਲਮ ਵੀ ਨਹੀਂ ਸੀ, ਬੰਦੇ ਨੂੰ ਲਿਖਣਾ ਵੀ ਨਹੀਂ ਸੀ ਆਉਂਦਾ। ਹਿਸਟਰੀ ਤੁਸੀਂ ਨੈਟ ਨੂੰ ਖੋਲ ਕੇ ਵੇਖੋ। ਯੂਰਪ ਦੇ ਜੇ ਕਿਸਤਰੀ ਨੇ ਪਹਿਲੇ ਲਿਪੀ ਦੀ ਈਜਾਦ ਕੀਤੀ, ਐਸਾ ਲਿਖਿਆ ਮਿਲਦਾ। ਇੱਕ ਦਿਨ ਅੱਖਰ ਪਾਉਣਾ ਵੀ ਨਹੀਂ ਸੀ ਆਉਂਦਾ। ਅੱਖਰ ਹੈ ਕਿ ਹਜ਼ਾਰਾਂ ਅੱਜ ਭਾਸ਼ਾ ਨੇ, ਲਿਪੀਆਂ ਨੇ। ਮੈਂ ਇੱਕ ਪ੍ਰਮਾਣ ਦਿਆਂ ਤੇ ਸੌਖਾ ਸਮਝ ਵਿੱਚ ਆਏਗਾ। ਪੁਰਾਣੇ ਬਜ਼ੁਰਗ ਮੋਢੇ ਤੇ ਪਰਨਾ ਹਰ ਵੇਲੇ ਰੱਖਦੇ ਸਨ। ਤੇ ਜਾਣਾ ਨਾ ਬਜ਼ੁਰਗ ਨੇ, ਕਿਉਂਕਿ ਬਾਕੀ ਕੰਮ ਕਰਦੇ ਸਨ, ਬਾਬਾ ਤੂੰ ਹੀ ਸੌਦਾ ਲੈ ਆ ਜਾਣਾ। ਤੇ ਸੌਦੇ ਪੰਜ ਚਾਰ ਹੀ ਹੁੰਦੇ ਸਨ, ਜ਼ਿਆਦਾ ਨਹੀਂ। ਬਾਕੀ ਤੇ ਖੇਤੀਆਂ 'ਚੋਂ ਖਾਣ ਪੀਣ ਦਾ ਸਮਾਨ ਮਿਲ ਜਾਂਦਾ ਸੀ। 5 ਸੌਦੇ ਲਿਆਉਣੇ ਨੇ, ਤੇ ਉਹ ਹੁਣ ਪੜ੍ਹਿਆ ਲਿਖਿਆ ਤੇ ਹੈ ਨਹੀਂ, ਉਹਨੇ ਪਰਨੇ ਨੂੰ ਗੰਢਾਂ ਦੇ ਲੈਣੀਆਂ।
या ਇਹ ਸੌਦਾ ਇਹ ਆ ਸੌ ਜੇ ਭੁੱਲ ਜਾਣਾ ਤੇ ਯਾਦ ਕਰਨਾ 4 ਤੇ ਆ ਗਏ 5ਵੀਂ ਗੰਢ ਕਾਹਦੀ ਹੈ। ਤੁਹਾਨੂੰ ਬੇਨਤੀ ਕਰਾਂ ਅਸਲ ਵਿੱਚ ਇਹ ਜਿੰਨੀਆਂ ਲਿਪੀਆਂ ਨੇ ਨਾ ਹੈ ਪਰਨਾ ਹੀ ਹੈ ਕਿ ਲੀਕ ਹੀ ਮਰੋੜੀਆਂ ਹੀ ਪਾਈਆਂ। ਕੋਈ ਸੱਜਿਓਂ ਇਧਰੋਂ ਖੱਬਿਓਂ ਸੱਜੇ ਲਿਖਿਆ ਗਿਆ, ਕੋਈ ਇਧਰੋਂ ਲਿਖਿਆ, ਜਿਵੇਂ ਅਰਬੀ ਹੈ, ਫਾਰਸੀ ਹੈ, ਉਰਦੂ, ਉਹ ਇਧਰੋਂ ਸ਼ੁਰੂ ਕਰਨੇ। ਸੰਸਕ੍ਰਿਤ ਹੈ, ਹਿੰਦੀ ਹੈ, ਪੰਜਾਬੀ ਹੈ, ਇੰਗਲਿਸ਼ ਹੈ, ਇਹ ਖੱਬੇ ਪਾਸੋਂ ਸੱਜੇ ਪਾਸੇ ਨੂੰ ਜਾਂਦੀ ਹੈ। ਇੱਕ ਦਿਨ ਐਸਾ ਸੀ ਬੰਦੇ ਨੂੰ ਲਿਖਣਾ ਵੀ ਨਹੀਂ ਸੀ ਆਉਂਦਾ, ਪੜ੍ਹਨਾ ਵੀ ਨਹੀਂ ਸੀ ਆਉਂਦਾ, ਕਾਗਜ਼ ਵੀ ਕੋਈ ਨਹੀਂ ਸੀ, ਕਲਮ ਵੀ ਕੋਈ ਨਹੀਂ ਸੀ। ਉਸ ਦਿਨ ਰੱਬ ਦੀ ਗੱਲ ਕਿਵੇਂ ਚੱਲਦੀ ਸੀ। ਹਜ਼ਾਰਾਂ ਸਾਲ ਧਾਰਮਿਕ ਅਨੁਭਵ ਰਿਸ਼ੀ ਮੁਨੀ ਆਪਣੇ ਸ਼ਿਸ਼ ਨੂੰ ਜ਼ੁਬਾਨੀ ਯਾਦ ਕਰਾਉਂਦੇ ਸਨ, ਲਿਖਣ ਨਹੀਂ ਸਨ ਦਿੰਦੇ। ਕਿਸੇ ਗ੍ਰੰਥ ਨੂੰ ਸਿਉਣ ਨਹੀਂ ਸੀ ਲੱਗਦੀ, ਕਹਿੰਦੇ ਸਨ ਪਾਪ ਹੈ। ਪੁਰਾਤਨ ਗ੍ਰੰਥ ਮੈਂ ਵੇਖੇ ਕਈ ਉਸੇ ਤਰ੍ਹਾਂ ਹੀ ਉਹ ਪੰਨੇ ਰੱਖੇ ਹੋਏ ਨੇ, ਉਹਨਾਂ ਨੂੰ ਸਿਉਣ ਨਹੀਂ ਲਾਈ, ਉਹਨਾਂ ਦੀ ਜਿਲਦ ਨਹੀਂ ਕੀਤੀ, ਲਿਖਿਆ ਨਹੀਂ ਸੀ ਜਾਂਦਾ, ਜ਼ੁਬਾਨੀ ਯਾਦ ਕਰਾਇਆ ਜਾਂਦਾ ਸੀ। ਅਸਲ ਵਿੱਚ ਇਹ ਗੰਢਾਂ ਜਿੰਨੀਆਂ ਪਈਆਂ ਨੇ ਇਹ ਕੁਛ ਯਾਦ ਕਰਾਉਣ ਲਈ ਨੇ। ਖੋਜਣਾ ਕਿਸ ਨੂੰ ਹੈ? ਅਸਲ ਵਿੱਚ ਗ੍ਰੰਥ ਵੀ ਤਾਂ ਪੜ੍ਹਨੇ ਆ ਕਿ ਕੁਛ ਯਾਦ ਆ ਜਾਏ। ਯਾਦ ਕੀ ਆ ਜਾਏ? ਕਬੀਰ ਸਾਹਿਬ ਕਹਿੰਦੇ ਨੇ ਵੇਦ ਪੜ੍ਹਦੇ ਨੇ ਤੇ ਲੜਦੇ ਵੀ ਹੈ। ਇੱਕ ਮੁੱਲਾ ਨੂੰ ਤੇ ਪੰਡਿਤ ਨੂੰ ਰਾਤ ਇਕੱਠੇ ਰੱਖਣਾ ਬੜੀ ਮੁਸ਼ਕਲ, ਬਹੁਤ ਮੁਸ਼ਕਲ। ਲੜ ਕੇ ਮਰ ਜਾਣਗੇ ਮੁੱਲਾ ਔਰ ਪੰਡਿਤ। ਉਹ ਤਾਂ ਹੀ ਕਹਿੰਦੇ ਨੇ ਨਾ ਜੋ ਲਿਖਿਆ ਮੈਂ ਤੇ ਕੁਛ ਨਹੀਂ ਲਿਆ, ਲੜਾਈ ਦਾ ਘਰ। ਪੰਡਿਤ ਮੁੱਲਾ ਜੋ ਲਿਖ ਦਿਆ ਛੋੜ ਚੱਲੇ ਹਮ ਕਛੂ ਨਾ ਲਿਆ। ਮੈਂ ਇੱਕ ਦਿਨ ਸੋਚ ਰਿਹਾ ਸਾਂ ਕਿ ਜਿੰਨੇ ਗ੍ਰੰਥ ਨੇ ਤੋ ਅਸੀਂ ਆਮ ਕਰਕੇ ਹੀ ਲੈ ਲਓ ਕਿ ਬਾਈਬਲ ਹੈ, ਵੇਦ ਹੈ, ਕੁਰਾਨ ਹੈ, ਇੱਕ ਮੰਜੇ ਤੇ ਰੱਖ ਦਿਓ, ਕੋਈ ਲੜਾਈ ਨਹੀਂ ਇਹਨਾਂ ਦੀ, ਆਰਾਮ ਨਾਲ ਪਏ ਰਹਿਣਗੇ। ਪਰ ਇੱਕ ਪਾਦਰੀ, ਇੱਕ ਮੁੱਲਾ, ਇੱਕ ਪੰਡਿਤ, ਇਹਨਾਂ ਨੂੰ ਇਕੱਠੇ ਬਿਠਾਉਣਾ ਬੜੀ ਮੁਸੀਬਤ ਹੈ, ਬੜੀ ਮੁਸ਼ਕਲ ਹੈ। ਗੱਲ ਅਸਲ ਵਿੱਚ ਹੈ ਬੰਦੇ ਦੇ ਮਨ ਦੀ। ਕਬੀਰ ਸਾਹਿਬ ਜੀ ਕਹਿੰਦੇ ਨੇ ਤੂੰ ਤੇ ਖੋਜਦਾ ਵੇਦ ਵਿੱਚ ਆਹ ਗਲਤ ਲਿਖਿਆ, ਕੁਰਾਨ 'ਚ ਆਹ ਠੀਕ ਲਿਖਿਆ। ਉਹ ਕਹਿੰਦੇ ਨੇ ਤੇਰਾ ਤੇ ਝਗੜਾ ਮੁੱਕਦਾ ਹੀ ਨਹੀਂ। ਉਹ ਭਲਿਆ ਲੋਕਾਂ ਉਹ ਜਿਹੜਾ ਲਿਖਿਆ ਸੀ, ਮੈਂ ਹੁਣ ਆਪਣੇ ਘਰ ਦੀ ਗੱਲ ਕਰਾਂ, ਸੌਖਾ ਸਮਝ ਵਿੱਚ ਆ ਜਾਏ। ਜਪਜੀ ਸਾਹਿਬ ਕੋ ਕਹਿੰਦਾ ਜੀ ਮੈਂ 25 ਪਾਠ ਕਰਨਾ। ਮੈਂ ਕਹਿਣਾ ਮੁਬਾਰਕ, ਤੂੰ ਧੰਨ ਭਾਗੇ ਹੈ, ਪਰ ਰੋਜ਼ ਪੜ੍ਹਦਾ ਹੋਵੇਂਗਾ। ਧੌਲ ਧਰਮ ਦਇਆ ਕਾ ਪੋਤ, ਸੰਤੋਖ ਥਾਪ ਰੱਖਿਆ ਜਿਨ ਸੋਤ। ਹੁਣ ਦਇਆ ਸ਼ਬਦ 25 ਵਾਰੀ ਤਾਂ ਪੜ੍ਹਿਆ ਨਾ ਘੱਟੋ ਘੱਟ ਦਿਹਾੜੀ 'ਚ, ਅੰਦਰ ਦਇਆ ਆਈ ਹੈ। ਜੇਕਰ ਅੰਦਰ ਕਠੋਰਤਾ ਹੈ, ਅੰਦਰ ਕਰੋਧ ਹੈ, ਤੇ ਪੜੀ ਜਾ ਰਿਹਾ ਧੌਲ ਧਰਮ ਦਇਆ ਕਾ ਪੋਤ। ਉਹ ਇਫਤਰਾ ਵਿੱਚ ਮੁਬਾਲਗਾ ਇਹਨੂੰ ਹੀ ਕਹਿੰਦੇ ਨੇ। ਇੱਕ ਗੱਲ ਹੋਰ ਕਹਿ ਦੇ, ਉਹ ਹੋਰ ਸੌਖਾ ਹੋ ਜਾਏਗਾ। ਉਹ ਰੰਗ ਜ਼ੇਬ ਵੀ ਇਫਤਰੇ ਵਿੱਚ ਹੈ ਤੇ ਰਾਮ ਰਾਏ ਵੀ। ਔਰ ਰੰਗਜ਼ੇਬ ਸਮਝਦਾ ਚੰਗੀ ਤਰ੍ਹਾਂ ਵੀ ਗੱਲ ਅਮਲਾਂ ਤੇ ਨਿਬੇੜਾ ਹੋਣਾ, ਪਰ ਉਹ ਸ਼ਰਅ ਦਾ ਪਾਬੰਦ ਆ। ਉਹ ਕਹਿੰਦਾ ਤੁਹਾਡੇ ਗ੍ਰੰਥ ਵਿੱਚ ਗਲਤ ਲਿਖਿਆ, ਸਾਡੇ ਗ੍ਰੰਥ ਦੇ ਖਿਲਾਫ ਜਾਂਦਾ। ਮਿੱਟੇ ਮੁਸਲਮਾਨ ਕੀ ਪੇੜ ਹੈ ਪਈ ਘੁਮਿਆਰ, ਖੜ ਭਾਂਡੇ ਟਾਂਕੀਆਂ ਜਲਦੀ ਕਰੇ ਪੁਕਾਇਆ। ਕਿ ਰਾਮ ਰਾਏ ਨੂੰ ਅਰਥ ਨਹੀਂ ਆਉਂਦੇ? ਰਾਮ ਰਾਏ ਨੂੰ ਪਤਾ ਨਹੀਂ ਕਿ ਕੀ ਲਿਖਿਆ, ਪਰ ਉਹ ਹੁਣ ਇਫਤਰਾ ਪੈਦਾ ਕਰਦਾ। ਉਹ ਕੀ ਕਰਦਾ? ਉਹ ਕਹਿੰਦੇ ਨਹੀਂ ਜੀ ਉਹ ਮੁਸਲਮਾਨ ਪਾਠ ਹੈ ਹੀ ਨਹੀਂ, ਉਹ ਤੇ ਪਾਠ ਹੈ ਮਿੱਟੀ ਬੇਈਮਾਨ ਕੀ। ਆ ਜੇ ਇਫਤਰਾ, ਗਲਤ ਅਰਥ ਕਰਦੇ ਨੇ। ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰਿਆ।
वेदा में नाम उत्तम सो सुने नाही फिरें जो बता लिया। सिमरत वेद पुराण पुकारन पोथियां नाम बिना सब कूड़ गाली होशियां। भाव जिन्ने धार्मिक ग्रंथ ने पुकार के कहते ने नाम तो बिना निस्तारा नहीं होना। पर असी अर्थां दे अनर्थ करी आवांगे। कुछ ते बंदे ऐसे ने जेड़े कहते ने जी सब कुछ ठीक सारे राह ही रब दे घर नूं जांदे। मैं मन लिया जाते ने। मैं चौवां दे जिक्र करा। एक रस्ता है, वो कहता है ते सीधा पर नदी आउंदी है। एक कहता है ते ठीक पर जंगल आउंदा रस्ते च जांदा उत्थे ही है। ते तीसरा कहता है पहाड़ है जरा चढ़ना पैंदा जांदा उत्थे ही है। ते चौथा कहता है सड़क वधिया बनी हुई है पर है दूर। हुण उहदे कोल गड्डी है, ਉਹਨੂੰ ਰਸਤਾ ਕਿਹੜਾ ਠੀਕ ਰਹੇਗਾ? ਸੜਕ ਵਾਲਾ। ਪਰ ਜਿਹੜਾ ਹੁਣ ਬੇੜੀ ਦਾ ਪ੍ਰਬੰਧ ਨਹੀਂ ਉਹ ਨਦੀ ਪਾਰ ਕਿਵੇਂ ਕਰੇਗਾ? ਹੁਣ ਜਾਂਦੇ ਤੇ ਸਾਰੇ ਨੇ। ਖਿਮਾ ਕਰਨਾ ਮੈਨੂੰ ਤੇ ਇੱਕ ਹੀ ਚੁਣਨਾ ਪਵੇਗਾ। ਮੈਂ ਦੋ ਕਦਮ ਇੱਕ ਰਸਤੇ ਤੇ ਪੁੱਟਾਂ, ਦੋ ਕਦਮ ਇੱਕ ਤੇ ਪੁੱਟਾਂ, ਦੋ ਇੱਧਰ ਦੋ ਉੱਧਰ। ਉਹ ਤੇ ਇੰਜ ਹੋਏਗਾ ਕੰਧ ਬਣਾਵਾਂ, ਇੱਕ ਇੱਟ ਦੋ ਮਿਸਤਰੀ ਲਾਏ ਹੋਣ, एक इट लाई जाए तो दूजा पुटी जाए तो कंध का की हाल होगा? कदी बनेगी जिंदगी दे विच? एक कदम अगे पुट लिया, एक पिछे पुट लिया, एक इस राह तुर पवा, एक दूसरे करते ने कई बंदे। मैं ऐसा वेख्या एक सज्जन मैं वेख्या जटावा मुड़ के मिलिया ते कोट के रगड़ के उन्हें सिर गंजा किया। कहने लगा नहीं पहले धर्म होर सी हुण बदल लिया। फिर केस आ गया, वेख्या भगवे रंग के कपड़े, फिर वेख्या चिट्टे रंग के कपड़े। में है कि वो भले लोग एक रस्ता चुन। रूमी एक बार अपने मरीदां नूं नाल लैके गया, कहन लगा आओ तुहानूं कुछ विखावां। एक किसान ने खेती तबाह करके रख दी। थां थां ते खूह पुटे, पानी कितों बिना निकलिया। वो करदा के सी 10-20 फुट पुटे, मुड़ के दूसरे थां तो पुटे, तीसरे तो पुटे। कहन लगा जे एक थां तो पुटदा ते पानी निकल आउंदा, बंदा अज कुछ करदा ये रस्ता भी ठीक है, यह रस्ता भी ठीक है, यह भी ठीक नहीं। राह ते चुनना पवेगा। एक हाँ ये कहना सारे ठीक ने ते ये भी मैं सोचदा जदों पहुंच जाए ना उत्ते चढ़ जाए तो फिर वेखे आखे हाँ आ रहे ने, सारे ही आ रहे ने, लेकिन ये अनुभव होवे ते तां। हुण इत्थे कबीर साहब जी जिहड़ी गल कर रहे ने ना वो बड़ी समझण वाली है। वो कहंदे ने सहायक ने ग्रंथ, ग्रंथ पढ़ने चाहिए ने। मैं पंक्तियां उन्हां दियां ही सुनावां तुहानूं। तुरक तरीकत जानिए हिंदू वेद पुराण, तुरक है तो उन्होंने तौर तरीका शरीयत जाननी चाहिए। तुरक तरीकत जानिए हिंदू वेद पुराण, मन समझावन कारण कछुक पढ़ी है ज्ञान। गुरु नानक देव जी फरमाउंदे ने गुर प्रसादी विद्या विचार है पढ़ पढ़ पावै मान। आप मद आप प्रकाश्य पाया अमृत नाम, रहत नामिया च लिखे है। गुरमुखी अखर जो है पाई सिख सिख ते सीखे जाए। किसे भोले लिख देता गुरु का सिख फारसी ना पढ़े, उन्हें सोचिया ही नहीं। फारसी दे शब्द तो श्री गुरु ग्रंथ साहब विच भी हैं। यक अर्ज गुफ्तम पेश तो दरगोश कुन करतार, हक्का कबीर करीम तू बेआ परवदगार। फारसी विच ते जफरनामा है, फारसी ना पढ़ी तो जफरनामा समझ विच किवें आएगा? फारसी विच भाई नंद लाल की रचना नहीं। जिन्ना पढ़िया जा सकता है पढ़, पर यह जरूर याद रख पढ़िया नहीं भेद बुझिया पावना। बुझन नाल भेद का पता लगना असल विच है। ग्रंथ पढ़े तो ग्रंथां तो ही लड़ते रह जाने। कई तो लड़ लड़ के मर गए,
ਵੇਦ ਦੇ ਜੀ ਇਹਨੇ ਅਰਥ ਠੀਕ ਨਹੀਂ ਕੀਤੇ, ਇਹਨੇ ਨਹੀਂ, ਦੋਵੇਂ ਵੇਦ ਪਾਠੇ। ਮੈਂ ਕਥਾ ਪੜ੍ਹੀ ਸੀ, ਸਿਮਰਤੀਆਂ ਪੜ੍ਹੇ, ਸ਼ਾਸਤਰ ਪੜ੍ਹੇ, ਵੇਦ ਪੜ੍ਹੇ, ਪਰ ਇੱਕ ਦੂਸਰੇ ਦੀ ਜਾਣ ਦੇ ਵੈਰੀ ਇੱਕੋ ਘਰ ਠਹਿਰ ਗਏ। ਉਹ ਕਹਿਣ ਲੱਗਾ ਜੀ ਇਹ ਸੰਤ ਕੈਸੇ ਨੇ? ਕਹਿਣ ਲੱਗਾ ਬਿਲਕੁਲ ਗਧਾ। ਹਾਲਾਂਕਿ ਉਹ ਵੇਦ ਪਾਠੀ ਗਧਾ ਹੈ। ਉਹ ਦੂਸਰੇ ਨੂੰ ਪੁੱਛਿਆ, ਇਹ ਕਹਿਣ ਲੱਗਾ ਇਹ ਬੈਲ ਹੈ। ਉਹਨੂੰ ਇੱਕ ਗੱਲ ਸੋਚੀ, ਜਦੋਂ ਪ੍ਰਸ਼ਾਦਾ ਛਕਾਉਣਾ ਸੀ ਨਾ, 2 ਥਾਲੀਆਂ ਲਈਆਂ, ਇੱਕ ਵਿੱਚ ਥੋੜੀ ਜਿਹੀ ਤੂੜੀ ਪਾ ਦਿੱਤੀ, ਇੱਕ 'ਚ ਘਾਹ ਪਾ ਕੇ ਕਹਿਣ ਲੱਗਾ ਲਓ ਮਹਾਰਾਜ ਛਕੋ। ਉਹ ਕਹਿਣ ਲੱਗੇ ਅਸੀਂ ਸ਼ਰਾਪ ਦੇਵਾਂਗੇ ਕਿ ਤੂੰ ਸਾਨੂੰ ਕੀ ਸਮਝਿਆ? ਕਹਿਣ ਲੱਗਾ ਮੈਂ ਤੇ ਨਹੀਂ ਸਮਝਿਆ, ਇਹ ਵਾਕਫੀ ਤੁਸੀਂ ਆਪ ਹੀ ਦਿੱਤੀ ਹੈ। ਉਹ ਕਹਿੰਦਾ ਇਹ ਬੈਲ ਹੈ ਤੇ ਉਹ ਕਹਿੰਦਾ ਗਧਾ ਹੈ, ਤੇ ਫਿਰ ਬੈਲ ਗਧੇ ਖਾਂਦੇ ਕੀ ਨੇ? ਇਹ ਮੈਂ ਤੁਹਾਡੀ ਖੁਰਾਕ ਤੁਹਾਡੇ ਸਾਹਮਣੇ ਰੱਖ ਦਿੱਤੀ ਹੈ। ਇਸ ਗੱਲ ਤੋਂ ਹੀ ਜਿਹੜੇ ਝਗੜਦੇ ਰਹੇ, ਉਚਾਰ ਨਹੀਂ ਸ਼ੁੱਧ ਨਹੀਂ ਹੈ, ਠੀਕ ਨਹੀਂ ਹੈ। ਉਹ ਭਲੇ ਲੋਕੋ ਕਮਾਓਗੇ ਕਦੋਂ? ਇਸੇ ਗੱਲ 'ਚ ਜ਼ਿੰਦਗੀ ਲੰਘ ਜਾਏਗੀ ਸਾਰੀ। ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀ ਹੈ ਸਾਥ, ਪੜ ਪੜ ਬੇੜੀ ਪਾਏ। ਬੇੜੀਆਂ ਨਾ ਬਣ ਜਾ, ਬੇੜੀਆਂ ਭਰ ਲਓ, ਫਿਰ ਕੀ ਹੋਏਗਾ? ਗ੍ਰੰਥ ਤੇ ਬਹੁਤ ਪੜ ਲੈ, ਲੇਕਿਨ ਦਇਆ ਪੜੀ ਬਹੁਤ ਵਾਰੀ, ਦਇਆ ਆਈ। ਸੁਣਿਆ ਸਤ ਸੰਤੋਖ ਗਿਆ ਪਰ ਸੰਤੋਖ ਆਇਆ। ਇੱਥੇ ਕਹਿ ਰਹੇ ਨੇ ਜੇ ਨਹੀਂ ਨਾ ਆਇਆ, ਇਹਦਾ ਗ੍ਰੰਥ ਗਲਤ, ਮੇਰਾ ਗ੍ਰੰਥ ਠੀਕ, ਇਹਦਾ ਗਲਤ, ਤੇ ਗਲਤ ਅਰਥ ਫਿਰ ਕਰਨੇ। ਕਹਿੰਦੇ ਇਹ ਇਫਤਰਾ। ਆਓ ਸਰਵਣ ਕਰੋ, ਸਤਿਗੁਰੂ ਕਿਰਪਾ ਕਰੇ। ਜੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਚੋਂ ਸੁਣਦੇ ਹਾਂ, ਉਸੇ ਵੇਲੇ ਕਮਾਉਣਾ ਸ਼ੁਰੂ ਕਰ ਦਈਏ। ਮੈਂ ਸੰਤੋਖ ਸੁਣਿਆ, ਮੈਂ ਸੰਤੋਖੀ ਹਾਂ। ਮੈਂ ਦਇਆ ਸੁਣੀ, ਮੈਂ ਦਿਆਲੂ ਹਾਂ। ਮੈਂ ਧਰਮ ਸੁਣਿਆ, ਮੈਂ ਧਰਮੀ ਹਾਂ। ਮੈਂ ਧੀਰਜ ਸੁਣਿਆ, ਮੈਂ ਧੀਰਜਵਾਨ ਹਾਂ। ਧਿਆਨ ਜਾਏ ਆਪਣੇ ਤੇ। ਕਹਿੰਦੇ ਨੇ ਖੋਜ ਦਾ ਕੇਂਦਰ ਕੇਵਲ ਤੇ ਕੇਵਲ ਇੱਕ ਹੈ। ਇਹ ਠੀਕ ਹੈ। ਕੋਈ ਪਹਾੜ ਖੋਜ, ਹੀਰੇ ਮਿਲ ਜਾਣਗੇ। ਸਮੁੰਦਰ ਖੋਜ, ਪਦਾਰਥ ਮਿਲ ਜਾਣਗੇ। ਆਕਾਸ਼ ਖੋਜ, ਮੰਗਲ ਤਾਰੇ, ਚੰਦ ਵਰਗੇ ਮਿਲ ਜਾਣਗੇ। ਪਰ ਸੱਜਣਾ ਰੱਬ ਨਹੀਂ ਉਹ ਮਿਲਣਾ। ਰੱਬ ਖੋਜਣਾ ਹੀ ਤੇ ਇੱਕ ਹੀ ਥਾਂ ਹੈ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਂ ਦਿਲ ਨੂੰ ਖੋਜ। ਕਬੀਰ ਸਾਹਿਬ ਜੀ ਦੀ ਇਹ ਬਾਣੀ ਹੈ। ਸਰਵਣ ਕਰੋ ਤੇ ਧਿਆਨ। ਜਿੱਥੇ ਅਸੀਂ ਬਾਣੀ ਨੂੰ ਨਿੰਕਾਰ ਦੀ ਬਾਣੀ ਕਹਿੰਦੇ ਆ, ਸਾਡੇ ਲਈ ਹੁਕਮ ਹੈ ਨਾਲ ਧਿਆਨ ਦਈਏ ਆਪਣੇ ਦਿਲ ਵੱਲ ਕਿ ਮੰਨਿਆ ਕਿੰਨਾ ਕਾ। ਇੱਕ ਸੂਫੀ ਨੇ ਕਿਹਾ ਸੀ, ਉਹ ਕਹਿੰਦਾ 3.5 ਮਣ ਦੇਹ ਨੂੰ ਕੀ ਧੋਣਾ, ਇੱਕ ਧੋ ਛੱਡ ਟੁਕੜਾ ਦਿਲ ਦਾ। ਦੇਹ ਧੋਤੇ ਕੁਛ ਲੱਭਦਾ ਨਹੀਂ, ਉਹ ਦਿਲ ਧੋਤੇ ਰੱਬ ਮਿਲਦਾ। ਦਿਲ ਧੋ। ਆ ਤੈਨੂੰ ਦਿਲ ਧੋਣਾ ਸਿਖਾਵਾਂ, ਉਹ ਤੇ ਹੋਇਆ ਪਿਆ ਕਾਲਾ ਸਿਆ। ਜਨਮ ਜਨਮ ਕੀ ਇਸ ਮਨ ਕੋ ਮਨ ਲਾਗੇ, ਕਾਲਾ ਹੋਆ ਸਿਆ। ਖੰਨਲੀ ਧੋਤੀ ਉਜਲੀ ਨਾ ਹੋਵਈ, ਜੇ ਸੋ ਧੂਮ ਨ ਪਾ। ਸਰਵਣ ਕਰੋ। ਇੱਕ ਵਾਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਬਾਣੀ ਭਗਤਾ ਕੀ। ਤਿਲੰਗ ਰਾਗ ਹੈ। ਦੁਪਹਿਰੋਂ ਬਾਅਦ ਇਸ ਤੇ ਗਾਉਣ ਦਾ ਟਾਈਮ, ਆਮ ਕਰਕੇ ਢਾਡੀ ਸਿੰਘ ਇਹ ਰਾਗ ਬਹੁਤ ਗਾਉਂਦੇ ਸਾ। ਤਿਲੰਗ ਰਾਗ ਹੈ। ਇਸ ਵਿੱਚ ਭਗਤਾਂ ਦੀ ਬਾਣੀ ਹੈ। ਹਾਂਜੀ, ਕਬੀਰ ਜੀ। ਕਬੀਰ ਜੀ ਦੀ ਬਾਣੀ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਓੰਕਾਰ ਪਰਮਾਤਮਾ, 2 ਜਾਂ 3 ਨਹੀਂ। ਓੰਗ ਸ਼ਬਦ ਬਹੁਤ ਪੁਰਾਣਾ, ਵੇਦਾਂ ਵਿੱਚ ਵੀ ਵਰਤੇ ਆ ਗਏ ਹੈ। ਇੱਕ ਤੇ ਇਹਨੂੰ ਪਵਿੱਤਰ ਸਮਝ ਕੇ ਪਹਿਲੋਂ ਮੰਤਰਾਂ ਦੇ ਵਰਤਿਆ ਜਾਂਦਾ ਸੀ। ਜਿਵੇਂ ਓਮ ਭੂਰ ਭਵਾ ਸਵਾਹ, ਉਹ ਗਾਇਤਰੀ ਮੰਤਰ ਓਮ ਪਹਿਲੇ ਲਾ ਦੇਣ। ਓਮ ਨਮੋ ਸ਼ਿਵਾਏ ਹੈ ਤੇ ਨਮੋ ਸ਼ਿਵਾਏ ਪਰ ਓਮ ਪਹਿਲੇ ਲਗਾ ਦੇਣਾ। ਓਮ ਪਵਿੱਤਰ ਸਮਝ ਕੇ ਲਗਾਇਆ। ਓਮ ਦਾ ਅਰਥ ਹਾਂਜੀ, ਜਿਵੇਂ ਸਾਡੇ ਵੀ ਵੀਰ ਕਈ ਵਾਰੀ ਦਾਲ ਹੀ ਵਰਤਾ ਰਹੇ ਨੇ। ਵਾਹਿਗੁਰੂ ਦਾਲ ਜੀ, ਵਾਹਿਗੁਰੂ ਪ੍ਰਸ਼ਾਦਾ ਜੀ, ਪਵਿੱਤਰ ਸਮਝ ਕੇ ਪਹਿਲੇ ਲਾ ਲਿਆ। ਓਮ ਦਾ ਅਰਥ ਇਹ ਵੀ ਕੀਤਾ
त्रिमूर्ति ब्रह्मा विष्णु महेश अर्धबिंदु। सतगुरां कहा नहीं, तीन नहीं, इको ही है, एक ओंकार। ओंकार सदा जो एक रस रहिंदा ओही करता हरदा, आप उपामन हार आप ही मारदा, कोई वक उपामन हार या पालन हार नहीं। हर जी माता, हर जी पिता, हर जी प्रतिपालक, वही प्रतिपालक है, वही जन्मदाता है, करता कर हैं, हरता हर हैं, ब्रह्मिया नूं बनाउण वाला है, शिवजियां नूं मारन वाला है। ते मिलदा किवें? कहंदे ने गुर प्रसाद। जे है हर वेले है तो सीधे ही क्यों नहीं मिल जाते? वो कहते ने सीधे हौमे नहीं मुकती, गुरु हौमे मुकाउंदा, गुरु कृपा करदा, हौमे नहीं रह जाती जदों गुरु बख्शिश कर। भाई मंझ ने इसे अमृतसर साहब विच एक गल कही सी, एक खूह के किनारे जदों खूह चों कढ़िया ना, सतगुरां लकड़ां लैके आ रहा सी, गिर गया तो हथ जोड़ के कहन लगा, पातशाह एक बेनती करा, कलयुगी जीव हाँ, भुलनहार हाँ, निर्बल हाँ, ते जरा कसवटी नरम कर दिओ। ये कसवटी जिहड़ी है सहनी बड़ी मुश्किल होएगी। सतगुरु हस पे कहन लगे, भाई खोटा सोना अग तो डरदा है, खरा नहीं, खरे नूं पाओ ज्यादा चमकदा है, खोटा काला हुंदा है। कसवटी तो खोटे डरदे ने, गुरु जदों बख्शिश करदा है, गुरु मेहर करदा है, कसवटी ते लाउंदा ते सिख जिहड़ा है, जे ते वो सिख है ते फिर वो रजा विच है, फिर वो पाणे विच है, वो सिख चमकदा, वो सिख रजा विच अपने आप नूं ढालदा। जो गुरु कहंदा, गुर फरमाए गुर सिख करना, गुरु दा सिख जिहड़ा है वो करदा ते हौमे मुकेगी गुर प्रसाद नाल, इस तो बिना नहीं। हाँ जी, वेद कतेब इफतरा पाई। भाई जे वेद पढ़दियां ही जीवन लंघ गया, अनुभव बनिया ही कोई ना। ਇਹਦਾ ਭਾਵ ਹੈ ਤੇਰਾ ਇਹ ਅਨੁਭਵ ਤੇ ਨਹੀਂ। ਹੁਣ ਮੈਂ ਕੋਈ ਸ਼ਹਿਰ ਵੇਖਿਆ ਨਹੀਂ ਨਾ, ਤੇ ਲਿਖਿਆ ਹੀ ਪੜ੍ਹ ਲਿਆ, ਤੇ ਉਹ ਰੋਜ਼ਾਨਾ ਪੜ੍ਹੀ ਜਾ ਰਹੇ ਆ, ਇਹ ਸ਼ਹਿਰ ਇੰਨੇ ਮੀਲ, ਇਹ ਸ਼ਹਿਰ ਨਿਤਨੇਮ ਬਣਾਇਆ, 70 ਮਾਲਾ ਰੋਜ਼ ਦੀਆਂ ਫੇਰ ਲਵਾਂ, ਜਲੰਧਰ ਇੰਨੇ ਮੀਲ, ਜਲੰਧਰ ਕਦਮ ਇੱਕ ਨਾ ਪੁੱਟਾਂ ਤੇ ਕੀ ਹੋਵੇਗਾ, ਪਹੁੰਚ ਜਾਵਾਂਗਾ। ਜਾਪ ਤੇ ਮੈਂ ਬੜਾ ਕਰ ਲਿਆ। ਪੂਛਤ ਪਥਕ ते मार्ग न तारे पग, प्रीतम के देश कैसे बातन से जाइए। एक गल मैनू याद आई, यूरोप विच एक टैलीफोन एक्सचेंज सी, ये सारा विज्ञान उधरों ही आया, तो 1 घंटा घर सी टाइम दसन वाला। वो होया कि वो जिहड़ा घंटा घर वाला है ना, उन्होंने टाइम ते शक पिया, तो वो कहन लगा ये टैलीफोन वाला एक्सचेंज वाला भी याद रखता। वो कहने लगा 9 बज गए, वो कहने लगा हाँ 9 बज गए, तो उन्हें अपनी घड़ी ठीक कर ली कि घंटे घर वाला जिहड़ा टाइम ठीक ही दसदा होना है, वो रोज़ पूछे 9 बज गए तो वो ठीक कर लवे। एक दिन वो कहने लगा वो करना क्यों फोन, कहने लगा टाइम ठीक करने लई, कहने लगा टाइम दा रब ही रखा है, पता नहीं की हो गया होवेगा, मैं तेरे ते भरोसा करके घड़ी ठीक करना ते तू मेरे ते, पता दोवां नूं ही कोई नहीं। हुण अनुभव है किसे होर दा, मैं पढ़ लिया, रोजाना पढ़ छड्डां, रोजाना पढ़ छड़, बहुत ने 10वें द्वारा 10वें द्वारा 10वें द्वारा वेखिया ते है नहीं, लेकिन दूसरियां नूं भी समझा दिता। त्रिकुटी इंज खुलदी, आप जानिया नहीं, दूसरियां नूं समझा दिता। इत्थे कहंदे ने वेद ते पढ़ लै, पर जिहड़ी गल वो कह रहे सन वो ते अनुभव किसे होर दा। भाई उत्थे तक पहुंचे हैं, जे नहीं पहुंचे तो फिर ते गल बनी ना। मैं 2 वचन तुहानू सुना दियां, एक भगत नामदेव जी दा, एक कबीर साहब जी का, मन की तसली हो जाएगी। भगत नामदेव कहते ने, पंडित तू जिस दियां गल्लां करना है, रब इंज रब इंज रब इंज, तू वेखिया वेखिया तो नहीं ना, मैं उन्होंने वेखिया, गल्लां मैनू नहीं आउंदियां,
ਮੈਂ ਤੇ ਉਹ ਇੱਕ ਹਾਂ। ਉਹ ਕਹਿੰਦੇ ਨੇ ਪੰਡਤ ਹੋਏ ਕਾ ਵੇਦ ਬਖਾਨਾ, ਮੂਰਖ ਨਾਮ ਦਿਓ ਰਾਮੈ ਜਾਣਾ। ਮੈਂ ਉਹਨੂੰ ਜਾਣਨਾ, ਮੇਰਾ ਬਾਪ ਹੈ। ਕਬੀਰ ਸਾਹਿਬ ਜੀ ਕਹਿੰਦੇ ਨੇ ਵੇਦ ਕਤੇਬ ਪੜਨ ਨਾਲੋਂ ਇਹ ਜ਼ੁਬਾਨੀ ਯਾਦ ਕਰ ਲੈਣ ਨਾਲੋਂ ਉਹ ਚੰਗਾ ਜਿਹਨੇ ਮਨ ਘੋੜੇ ਤੇ ਕਾਠੀ ਪਾ ਲਈ, ਸਵਾਰੀ ਪਾ ਲਈ। ਕਹਿਤ ਕਬੀਰ ਭਲੇ ਅਸਵਾਰਾ, ਵੇਦ ਕਤੇਬ ਤੇ ਰਹੇ ਨਰਾਰਾ। ਦੇ ਮੁਹਾ ਲਗਾਮ ਪਹਿਰਾਵੋ, ਸਗਲ ਤਜ਼ੀਨ ਗਗਨ ਦੁਰਾਵੋ। ਆਪਣੇ ਵਿਚਾਰ ਅਸਵਾਰੀ ਕੀਜੈ, ਸਹਿਜ ਕੇ ਪਾਵੜੇ ਪਗ ਤਰ ਲੇਜੈ। ਵੇਦ ਕਤੇਬ ਯਾਦ ਹੋਣ ਤੇ ਮਨ ਕਾਬੂ ਚ ਹੀ ਨਾ ਹੋਵੇ, ਅਵਗਣ ਸਾਰੇ ਹੀ ਕਰ ਲਵੇ। ਕਬੀਰ ਸਾਹਿਬ ਕਹਿੰਦੇ ਨੇ ਕੀ ਕੀਤਾ ਤੂੰ, ਇਹ ਤੇ ਇਫਤਰਾ, ਇਹਨੂੰ ਇਫਤਰਾ ਕਹਿੰਦੇ। ਵੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ। ਹੁਣ ਰਾਮ ਰਾਏ ਕਹਿ ਤੇ ਬੈਠਾ ਮਿੱਟੀ ਬੇਈਮਾਨ ਕੇ, ਪਰ ਫਿਕਰ ਮੁੱਕਾ? ਫਿਕਰ ਤੇ ਕਾਇਮ ਹੈ ਕਿ ਮੈਂ ਝੂਠ ਬੋਲਿਆ, ਮੈਂ ਅਰਥ ਗਲਤ ਕੀਤੇ ਨੇ। ਹੁਣ ਸੁਣਾ ਵੀ ਮੈਂ ਜਾਵਾਂ, ਇੱਥੇ ਇਹ ਹੁੰਦਾ ਅੱਗੇ, ਇਹ ਹੁੰਦਾ ਅੱਗੇ। ਅੰਦਰ ਤੇ ਹੋਵੇਗਾ ਕਿ ਮੈਂ ਕੁਛ ਨਹੀਂ ਵੇਖਿਆ, ਮੈਂ ਕੁਛ ਨਹੀਂ ਜਾਣਦਾ। ਮੈਂ ਤੇ ਪੜ੍ਹਿਆ ਹੈ, ਜੋ ਪੜ੍ਹ ਕੇ ਲਿਖਿਆ ਉਹ ਲਿਖਿਆ ਪੜ੍ਹ ਕੇ ਸੁਣਾ ਰਿਹਾ। ਗੁਰੂ ਸਾਹਿਬ ਜੀ ਕਹਿੰਦੇ ਨੇ ਉਹ ਭਲਿਆ ਲੋਕਾ, ਉਹ ਕੁਛ ਕਰ ਤੇਰਾ ਫਿਕਰ ਮੁੱਕ ਜਾਏ। ਉਹ ਤੇ ਵਿਖਾਉਂਦੇ ਨੇ ਗੁਰ ਕਾਢ ਤਲੀ ਦਿਖਲਾਇਆ। ਸਿੱਖ ਨੂੰ ਹਰ ਇੱਕ ਨੂੰ ਆਖਿਆ ਕਮਾਈ ਕਰ, ਅਨੁਭਵ ਕਰ, ਭੇਦ ਕਤੇਬ ਇਫਤਰਾ ਪਾਈ ਮੁਬਾਲਗਾ। ਮੈਂ ਡਿਕਸ਼ਨਰੀ ਤੇ ਲੁਗਾਤ ਤੇ ਵੇਖੇ ਇਹ ਸ਼ਬਦ ਜੇ ਅਰਬੀ ਦਾ, ਅਰਬੀ ਫਾਰਸੀ ਦੇ ਕਾਫੀ ਸ਼ਬਦ ਰਲ ਗਏ। ਸ਼ਬਦ ਹੈ ਅਰਬੀ ਦਾ ਇਫਤਰਾ ਤੇ ਦੇ ਅਰਥ ਜਿਹੜੇ ਠੀਕ ਉਹਨਾਂ ਕੀਤੇ ਨੇ। ਇਹ ਹੈ ਇਲਜ਼ਾਮ ਲਾਉਣਾ, ਊਜ ਲਾਉਣਾ, ਦੂਸਰੇ ਤੇ ਊਜ ਲਾਉਣੀ ਕਿ ਇਹ ਗਲਤ ਹੈ, ਦੂਸਰੇ ਤੇ ਇਲਜ਼ਾਮ ਲਾਉਣਾ। ਹਿੰਦੂ ਮੁਸਲਮਾਨ ਤੇ ਇਲਜ਼ਾਮ ਲਾ ਰਿਹਾ ਵੇਦ ਪੜ੍ਹ ਕੇ, ਉਹ ਹਿੰਦੂ ਤੇ ਇਲਜ਼ਾਮ ਲਾ ਰਿਹਾ ਵੇਦ ਪੜ੍ਹ ਕੇ, ਆਪਣੀ ਕੁਰਾਨ ਪੜ੍ਹ ਕੇ। ਕਹਿੰਦੇ ਨੇ ਇਫਤਰਾ। ਤੁਸੀਂ ਸੱਚ ਨੂੰ ਨਹੀਂ ਜਾਣਿਆ। ਕਹਿਣ ਵਾਲੇ ਤੇ ਵੇਖ ਕੇ ਆਖਿਆ, ਤੂੰ ਸੁਣ ਕੇ ਆਖਿਆ, ਬੜਾ ਜ਼ਮੀਨ ਆਸਮਾਨ ਦਾ ਫਰਕ ਹੈ। ਭੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ। ਦਿਲ ਦਾ ਫਿਕਰ ਨਹੀਂ ਮੁੱਕਦਾ। ਹੁਣ ਜਿਹੜੇ ਤੁਸੀਂ ਸ਼ਹਿਰ ਵੇਖ ਲਿਆ ਨਾ, ਉਸ ਸ਼ਹਿਰ ਬਾਰੇ, ਉਸ ਘਰ ਬਾਰੇ ਜੋ ਵੇਖਿਆ, ਕੋਈ ਆਖੇਗਾ ਤੁਹਾਨੂੰ ਫਿਕਰ ਕੋਈ ਨਹੀਂ, ਤੁਸੀਂ ਸਮਝਦੇ ਹੋ ਮੈਂ ਜਾਣਦਾ, ਮੈਂ ਵੇਖਿਆ। ਪਰ ਜੇ ਵੇਖਿਆ ਨਹੀਂ ਨਾ, ਉਹਦੀ ਗੱਲ ਕਰਨੀ ਹੈ ਤੇ ਅੰਦਰ ਖੁਦ ਹੀ ਹੈ ਕਿ ਵੇਖਿਆ ਤੇ ਕੋਈ ਨਹੀਂ, ਸ਼ਾਇਦ ਕੁਛ ਹੋਰ ਹੀ ਨਾ ਹੋਵੇ। ਦਿਲ ਕਾ ਫਿਕਰ ਨਾ ਜਾਏ। ਧਰਮ ਹੀ ਅਸੀਂ ਤਾਂ ਹਾਂ, ਸਿੱਖ ਅਸੀਂ ਤਾਂ ਹਾਂ, ਜੇ ਦਿਲ ਦਾ ਫਿਕਰ ਮੁੱਕ ਜਾਏ। ਉਹ ਕਿਵੇਂ ਮੁੱਕੇ, ਉਹ ਹੁਣ ਸਮਝਾ ਰਹੇ ਹਨ। ਹਾਂਜੀ। ਟੁਕ ਦਮ ਕਰਾਰੀ ਜਾਓ ਕਰਹੋ, ਹਾਜ਼ਰ ਹਜੂਰ ਖੁਦਾਈ। ਹੁਣ ਪਾਠ ਤੇ ਕਰ ਲਿਆ 2 ਘੰਟੇ, ਭਾਵੇਂ ਕੁਰਾਨ ਦਾ, ਭਾਵੇਂ ਪੁਰਾਣ ਦਾ, ਭਾਵੇਂ ਵੇਦਾਂ ਦਾ, ਤੇ ਭਾਵੇਂ ਆਪਣਾ। ਕਹਿੰਦੇ ਨੇ ਪਰ 1 ਸੈਕਿੰਡ ਵੀ ਮਨ ਨਹੀਂ ਟਿਕਿਆ। ਮਨ ਜਿਹੜਾ ਉਸ ਵਿੱਚ ਟਿਕਾ ਆਇਆ ਹੀ ਕੋਈ ਨਹੀਂ। ਉਹ ਕਹਿੰਦੇ ਨੇ ਇੱਕ ਕੰਮ ਕਰ। ਮੈਨੂੰ ਅੱਜ ਇੱਕ ਪਾਠੀ ਦੀ ਗੱਲ ਯਾਦ ਆਉਂਦੀ ਹੈ, ਬਜ਼ੁਰਗ ਦੀ। ਮੈਂ ਕਹਿਣਾ ਉਹ ਜ਼ਰੂਰ ਗੁਰੂ ਦੀ ਗੋਦੀ 'ਚ ਹੋਵੇਗਾ, ਰੱਬ ਦੇ ਚਰਨਾਂ 'ਚ ਉਹਦਾ ਨਿਵਾਸ ਹੋਵੇਗਾ। ਕਾਫੀ ਦੇਰ ਪਹਿਲੇ ਆ ਕੇ ਬੈਠ ਜਾਣਾ, ਅੱਖਾਂ ਬੰਦ ਕਰਕੇ ਬੈਠ ਕੇ ਪਾਠ ਸੁਣਨਾ। ਤੇ ਮੈਂ ਪੁੱਛਿਆ ਬਜ਼ੁਰਗੋ, ਅਸੀਂ ਤੇ ਟਾਈਮ ਦੇ ਟਾਈਮ ਆਉਂਦੇ ਹਾਂ ਕਿ ਟਾਈਮ ਹੋ ਜਾਏ ਤੇ ਵਾਰੀ ਤੇ ਬੈਠਾਂਗੇ, ਤੁਸੀਂ ਇੰਨਾ ਚਿਰ ਪਹਿਲੇ। ਕਹਿਣ ਲੱਗਾ ਪਹਿਲੇ ਬਹਿਣ ਜੋਗਾ ਹੋਣਾ, ਹੱਥ ਪੈਰ ਤੇ ਧੋਆ, ਇਸ਼ਨਾਨ ਪਹਿਲੇ ਕੀਤਾ ਸੀ। ਇਹ ਹੁਣ ਮੈਂ ਬੈਠ ਕੇ ਮਨ ਟਿਕਾਉਣਾ ਪਿਆ ਕਿ ਮੈਂ ਟਿਕੇ ਹੋਏ ਮਨ ਨਾਲ ਬਾਣੀ ਪੜਾਂ। ਮੈਨੂੰ ਧਿਆਨ ਆਇਆ ਇਹ ਗੱਲ ਕਬੀਰ ਸਾਹਿਬ ਕਹਿ ਰਹੇ ਨੇ, ਟੁਕ ਦਮ, ਐਵੇਂ ਥੋੜਾ ਜਿਹਾ ਸਮਾਂ, ਟੁਕ ਦਮ ਕਰਾਰੀ ਜਾਓ ਕਰੋ। ਜੇ ਤੁਸੀਂ ਇਹ ਕਰ ਲਵੋ, ਮਨ ਟਿਕਾ ਲਵੋ, ਮਨ ਥੰਮ ਲਵੋ। ਮੰਮਾ ਮਨ ਸਿਓ ਕਾਜ ਹੈ, ਮਨ ਸਾਧੈ ਸਿਧ ਹੋਏ। ਮਨ ਹੀ ਮਨ ਸਿਓ ਕਹੇ ਕਬੀਰਾ, ਮਨ ਸਾ ਮਿਲਿਓ ਨਾ ਕੋਏ। ਮਨ ਮਾਰੇ ਬਿਨ ਭਗਤ ਨਾ ਹੋਈ। ਜਿਹੜਾ ਮਨ ਮਾਰਿਆ ਨਾ, ਅਸਲ ਚੋਂ ਮਨ ਟਿਕਿਆ ਹੀ ਹੈ, ਮੁਰਦਾ ਹਿੱਲਦਾ ਨਹੀਂ।
ਮੁਰਦਾ ਜਿਹੜਾ ਹੈ ਜਿੱਥੇ ਪਿਆ ਉੱਥੇ ਹੀ ਪਿਆ ਹੈ, ਜਿੱਥੇ ਹੱਥ ਹੈ ਉੱਥੇ ਹੀ ਹੈ। ਕਹਿੰਦੇ ਨੇ ਮੁਰਦਾ ਹੋਏ ਮੁਰੀਦ ਨੇ ਗੱਲੀ ਹੋਮਣਾ, ਉਹ ਵੀ ਮੁਰਦੇ ਵਾਂਗੂ ਟਿਕ ਜਾਂਦਾ। ਟੁੱਕ ਦਮ ਕਰਾਰੀ, ਕਰਾਰ ਟਿਕਾ ਸ਼ਾਂਤੀ, ਟੁੱਕ ਦਮ ਕਰਾਰੀ ਜੋ ਕਰੋ ਤੇ ਇਹਦੇ ਨਾਲ ਹੋਵੇਗਾ ਕਿ ਉਹ ਵੇਦ ਪੜ੍ਹਿਆ, ਕਤੇ ਪੜ੍ਹਿਆ ਤੇ ਤੈਨੂੰ ਕੁਛ ਨਹੀਂ ਲੱਭਾ, ਪਰ ਜੇ ਮਨ ਤੇਰਾ ਟਿਕ ਜਾਏ ਤੇ ਰੱਬ ਹਰ ਪਾਸੇ ਦਿਸ ਪਵੇ, ਹਾਜ਼ਰ ਹਜ਼ੂਰ ਖੁਦਾ ਆਏ। ਫਿਰ ਤੂੰ ਆ ਪੜ੍ਹੇਗਾ ਜ਼ਾਹਰ ਜ਼ਹੂਰ हैं कि हाजिर हजूर हैं, हमेशा सलाम हैं, समस्तल कलाम हैं। फिर तेनों दसेगा। गुरु गोबिंद सिंह जी ने एक सिख नूं कहा सी, आ ते तू मैनूं वेख रहा आनंदपुर साहब बैठा, पर दर्शन असल होणगे जदों हर थां हर जीव चों दिसांगा। इहदा नां सी सुजान सिंह। दिस पिया एक दिन, ਹੁਣ ਇਹ ਉਡੀਕਦਾ ਸੀ ਸਤਿਗੁਰੂ ਆਉਣਗੇ ਤੇ ਆ ਗਈ ਇੱਕ ਮਾਈ, ਕਹਿਣ ਲੱਗੀ ਵੈ ਵੈਦ ਬੱਚਾ, ਬੱਚੀ ਬਿਮਾਰ ਹੈ, ਜਾ ਕੇ ਦਵਾਈ ਦਿੱਤੀ। ਆਇਆ ਕਹਿਣ ਲੱਗਾ ਸਤਿਗੁਰੂ ਤੁਰ ਗਏ ਹੋਣਗੇ, ਪਰ ਬੈਠੇ ਗੱਲ ਨਾਲ ਲਾਇਆ, ਕਹਿਣ ਲੱਗੇ ਪਾਸ ਹੋ ਗਏ ਆ। ਉਹ ਬੱਚੀ ਚੁੱਕੀ ਦਿਸਿਆ, ਕਹਿਣ ਲੱਗਾ ਦਵਾਈ ਮੂੰਹ ਚ ਪਾ ਰਿਹਾ ਸਾਂ, ਤੁਹਾਡਾ ਮੁਖਾਰਬਿੰਦ ਨਜ਼ਰ ਆਇਆ। ਕਹਿਣ ਲੱਗੇ ਬਸ ਇਹੀ ਗੱਲ ਹੈ, ਜਦੋਂ ਮਨ ਦਾ ਟਿਕਾਅ ਹੋ ਜਾਏਗਾ। कहने लगे मेरे वाले आने वाले तो बहुत ने, मेरे हुक्म वाले जाने वाले बहुत घट ने। हुक्म ये है तू सबनी थाई जिथे हो जाई, सच्चा सिरजनहार जियो। वो सिरजनहार फिर दिसदा हाजिर हजूर खुदाए। हाँ जी, बंदे खोज दिल हर रोज। बंदे जे खोजना ही है ना असल विच, ये हुण कौन कह रहा है सानू? श्री गुरु ग्रंथ साहब ही कह रहे हैं। खोजना है तो खोज, दिल नूं खोज, हर रोज खोज, ਇਹਦਾ ਭਰੋਸਾ ਕੋਈ ਨਹੀਂ। ਅੱਜ ਬੜਾ ਚੰਗਾ ਬਣਿਆ, ਘੜੀ ਨੂੰ ਇਹਨੇ ਪਤਾ ਨਹੀਂ ਕੀ ਦਾ ਕੀ ਹੋ ਜਾਣਾ। ਇਹ ਮਨੂ ਆਖੇ ਨਾ ਟੇਕੇ ਬੌਰੰਗੀ ਦੇ ਚੱਲ ਚੱਲ ਹੰਡ, ਰੋਜ਼ ਇਹਦਾ ਧਿਆਨ ਰੱਖ, ਰੋਜ਼ ਹੀ ਇਸ ਨੂੰ ਖੋਜ। ਹਾਂਜੀ, ਨਾ ਫਿਰ ਪਰੇਸ਼ਾਨੀ ਮਾਹੇ। ਤੂੰ ਕਹਿੰਦਾ ਮੈਂ ਬੜਾ ਪਰੇਸ਼ਾਨ, ਪਰੇਸ਼ਾਨੀ 'ਚ ਕਿਉਂ ਫਿਰਨਾ? ਇਹ ਰੱਬ ਦਾ ਗੁਨਾਹ ਨਹੀਂ, ਇਹ ਤੇਰਾ ਗੁਨਾਹ। एक कथा मैं पढ़ी सी कि लक्ष्मी पुछदी है भगवान तू बंदे नूं सब कुछ दे दिता, इन्हें तेरे को आना ही नहीं। हस पे कहन लगे नहीं, लक्ष्मी एक चीज़ नहीं दिती, ਉਹਦੇ ਲਈ आएगा, लाजमी आएगा। मन लिया इनू धन दे दिता, हीरे दे दिते, महल दे दिता, राज दे दिता। एक चीज़ मैं रख ली अपने कोल। कहन लगे किहड़ी? कहने लगे शांति। ਉਹ ਲੈਣ ਲਈ ਆਏਗਾ, ਕਿਉਂਕਿ ਇਹਨੂੰ ਕੁਛ ਵੀ ਮਿਲ ਜਾਏ ਇਹਦੀ ਪਰੇਸ਼ਾਨੀ ਨਹੀਂ ਮੁੱਕਣੀ ਜਦੋਂ ਤੱਕ ਕਿ ਮੇਰੇ ਕੋਲ ਨਾ ਆਵੇਗਾ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਏ। ਪਰੇਸ਼ਾਨ ਤੂੰ ਤਾਂ ਹੈ, ਤੂੰ ਇਕੱਲਾ, ਉਸ ਦਾ ਸਾਥ ਲੈ ਲੈ, ਹੁਣੇ ਹੀ ਆਨੰਦ, ਹੁਣੇ ਹੀ ਟਿਕਾਓ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ, हर नाल रहो तू मन मेरे, दुख सब विसारन। हरि दे नाल रहो। ते नाल किवें है? कोई सथूल बाहें फड़ के तुरिया फिर नहीं। याद है ते नाल है, भुल गया है ते दूर है। याद ही नाल है। गुर का बचन बसे जी नाले, जल नहीं डूबे तस्कर नहीं लेवे, पह न साके जाल। गुरु दा बचन जिंद दे नाल वसदा कि सिमरों सिमर सिमर सुख पावो, साथ साथ संभाले। सिमरन है तो वह नाल है, भुल गया तो वह दूर है, परेशानी च ना फिर। हाँ जी, एह जो दुनिया सिहर मेला, दस्तगीरी नाहे। ये सच जे, जो नहीं ना सानू मिलिया वो सोना जापदा, जो नहीं मिलिया वो सोना, ते जड़ा मिल गया वो मिट्टी। जिस दिन मिल गया उसे दिन ही ना मिले वर्गा फिर खोज अगे कि होर कुछ मिले। ये दुनिया विच सब कुछ पा के भी कुछ भी नहीं मिलिया। ये तो जादू का खेल है। मदारी मदारी की करदा, उन्हें लिया एक पेपर खाली अखबार का, तो उन्होंने लाई अग, सुटिया, तो फिर उस तो बाद हाथ इंज किया तो 500-500 के नोटां दे ढेर लगा।
ਹੱਦ ਹੋ ਗਈ। ਉਹਨੂੰ ਆਖੋ ਵੀ ਇਹ ਦੇ ਜਾ, ਇੱਥੇ ਬਣਾ ਰਹੇ ਆ ਕੋਈ ਦਾਨ ਘਰ ਜਾ। ਉਹ ਰੋਪੇਗਾ, ਉਹ ਆਖੇਗਾ ਭਲੇ ਲੋਕੋ ਜੇਕਰ ਇਹ ਸੱਚ ਹੁੰਦਾ ਤੇ ਮੈਂ ਤੁਹਾਡੇ ਕੋਲੋਂ ਮੁੜ ਕੇ ਟਕਾ ਮੰਗਣਾ ਸੀ। ਇਹ ਪਹਿਲੇ ਹੀ ਪਾਏ ਸਨ ਬਾਂਹ ਵਿੱਚ, ਇਹ ਤੇ ਪਾਏ ਸਨ ਤੁਹਾਨੂੰ ਵਿਖਾਉਣ ਵਾਸਤੇ। ਇਹ ਦੁਨੀਆ ਸਿਹਰ ਮੇਲਾ, ਜਾਦੂ ਦਾ ਖੇਲ ਹੈ, ਹੱਥ ਪੱਲੇ ਪੈਣ ਵਾਲਾ ਇੱਥੇ ਕੁਛ ਨਹੀਂ। ਰਹਾਉ ਦਰੋਗ ਪੜ ਪੜ ਖੁਸ਼ੀ ਹੋਏ। ਕਹਿੰਦੇ ਨੇ ਪੜਨਾ ਫਿਰ ਝੂਠੇ ਗਲਤ ਅਰਥ ਕਰਨੇ ਤੇ ਖੁਸ਼ ਹੋਣਾ। ਮੈਂ ਦੂਸਰੇ ਨੂੰ ਬੜਾ ਖੰਡਨ ਕੀਤਾ। ਪ੍ਰਚਾਰ ਨਿਰਾ ਦੂਸਰੇ ਨੂੰ ਖੰਡਨ ਕਰਨਾ ਨਹੀਂ, ਪ੍ਰਚਾਰ ਹੈ ਆਪਣਾ ਰਸਤਾ ਲੱਭਣਾ। ਜੇ ਸਿੱਖ ਗੁਰੂ ਦੀ ਸੰਥਾ ਦੁਹਰਾਏਗਾ ਨਾ, ਦੂਸਰਿਆਂ ਨੂੰ ਖੰਡਨ ਕਰਨ ਦੀ ਬਜਾਏ ਇਹ ਦੱਸੋ ਕਿ ਗੁਰੂ ਨੇ ਕੀ ਆਖੇ ਹੈ। ਅੰਮ੍ਰਿਤ ਵੇਲੇ ਉੱਠੇ, ਉੱਠ ਕੇ ਬੈਠ ਜਾਏ, ਪਿਛਲੇ ਰਾਤੀ ਉੱਠ ਬਹੰਦੇ ਵਾਹਿਗੁਰੂ 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 ਸਿਮਰਨ ਕਰੇ, ਫਿਰ ਇਸ਼ਨਾਨ ਕਰੇ, ਨਿਤਨੇਮ ਕਰੇ, ਫਿਰ ਗੁਰਦੁਆਰੇ ਜਾਏ, ਕਥਾ ਕੀਰਤਨ ਸੁਣੇ, ਫਿਰ ਕਿਰਤਕਾਰ ਕਰੇ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ, ਰਹਿਤ ਮਰਿਆਦਾ ਚ ਪੱਕਾ ਰਹੇ। ਪ੍ਰਚਾਰਨਾ ਤੇ ਹੈ। ਮੈਂ ਸਾਰਾ ਟਾਈਮ ਦੂਸਰੇ ਨੂੰ ਖੰਡਨ ਕਰਨ ਲਈ ਲਾ ਦਿਆਂ। ਕਹਿੰਦੇ ਨੇ ਝੂਠ ਪੜ ਪੜ ਕੇ ਬੜੇ ਖੁਸ਼ ਹੁੰਦੇ ਨੇ। ਵਾਹ ਖਰੀਆਂ ਖਰੀਆਂ ਸੁਣਾਈਆਂ ਜੀ, ਵਾਹ ਇਹਨੇ ਖੰਡਨ ਕੀਤਾ ਜੀ। ਨਹੀਂ, ਉਹ ਭਲੇ ਲੋਕਾ, ਚੰਗਾ ਰਾਜ ਮਿਸਤਰੀ ਤੇ ਜੇਟ ਤੋੜਦਾ ਵੀ ਹੈ ਤੇ ਜੋੜਨ ਵਾਸਤੇ। ਜੇ ਕੁਝ ਕੀਤਾ ਵੀ ਹੈ ਨਾ ਐਸਾ ਦੂਸਰੇ ਨੂੰ ਸਮਝਾਉਣ ਲਈ, ਗੁਰੂ ਸਾਹਿਬ ਜੀ ਨੇ ਵੀ ਇਹੀ ਮੱਤ ਸਾਨੂੰ ਥਾਂ ਥਾਂ ਦੇ ਦਿੱਤੇ ਹੈ ਵੀ ਝੂਠ ਪੜ ਪੜ ਕੇ ਐਵੇਂ ਖੁਸ਼ ਨਾ ਹੋ, ਦਰੋਗ ਪੜ ਪੜ ਖੁਸ਼ੀ ਹੋ। ਬੇਖਬਰ ਬਾਤ ਬਕ ਬਾਦ ਉਹਦਾ ਲਾਇਆ ਬਹਿਸ ਉਸਦੀ ਜਿਸ ਦੇ ਬਾਰੇ ਜਾਣਦਾ ਹੀ ਕੋਈ ਨਹੀਂ, ਖਬਰ ਹੀ ਕੋਈ ਨਹੀਂ, ਬੇਖਬਰ ਹੈ। ਰੱਬ ਬਾਰੇ ਆਪ ਬੇਖਬਰ ਤੇ ਦੂਸਰਿਆਂ ਨੂੰ ਸਮਝਾਉਂਦਾ ਮੈਂ ਦੱਸਾਂਗਾ ਰੱਬ ਕੀ ਹੈ। ਭਲੇ ਲੋਕਾਂ ਤੂੰ ਤੇ ਜਾਣਦਾ ਹੀ ਨਹੀਂ। ਐਵੇਂ ਝਗੜਾ ਪਾਇਆ ਹੋਇਆ ਹੈ। ਕੋਈ ਬੋਲੇ ਨਿਰਵਾ, ਕੋਈ ਬੋਲੇ ਦੂਰ, ਜਲ ਕੀ ਮਾਛਲੀ ਚਰੇ ਖਜ਼ੋਰ। ਹਾਂਜੀ, ਬੇਖਬਰ ਬਾਦ ਬਕਾਹੇ, ਬੇਖਬਰ ਹੋ ਕੇ ਐਵੇਂ ਵਿਰਥਾ ਹੀ ਬਕਬਾਦ, ਐਵੇਂ ਵਿਰਥਾ ਚਰਚਾ, ਵਿਰਥਾ ਬਹਿਸ ਲਗਾਈ ਹੋਈ ਹੈ। ਹੱਕ ਸੱਚ ਖਾਲਕ ਖਲਕ ਮਿਆਨੇ। ਹੱਕ ਉਹ ਪ੍ਰਮਾਤਮਾ, ਸੱਚਾ ਪ੍ਰਮਾਤਮਾ ਖਲਕਤ ਵਿੱਚ ਵਸਦਾ ਹੈ। ਸਿਆਮ ਮੂਰਤ ਨਾਹੀ, ਕਿਸੇ ਇੱਕ ਥਾਂ ਪਈ ਹੋਈ ਸਿਆਮ ਮੂਰਤੀ, ਕਿਸ਼ਨ ਦੀ ਮੂਰਤੀ ਬਣਾ ਦਿੱਤੀ ਮੰਦਿਰ ਵਿੱਚ, ਇੱਥੇ ਹੀ ਰੱਬ ਹੈ ਤੇ ਬਾਕੀ ਦੁਨੀਆ 'ਚ ਕੀ ਹੈ। ਉਹ ਕਹਿੰਦੇ ਨੇ ਉਹ ਤੇ ਜਲ ਥਲ ਮਈਲ ਪੂਰਿਆ ਸੁਆਮੀ ਸਿਰਜਨਹਾਰ, ਅਨਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ। ਉਹ ਤੇ ਸਾਰੇ ਵਸਦਾ ਹੈ। ਹਾਂਜੀ, ਅਸਮਾਨ ਮਿਆਨੇ ਲਹੰਗ ਦਰਿਆ। ਤੇਰੇ ਦਸਮ ਦਵਾਰ ਵਿੱਚ ਉੱਪਰ ਹਾਟ, ਇਹ ਸਿਰ ਹੱਟ, ਹਾਟ ਪਰ ਆਲਾ, ਦਸਮ ਦਵਾਰ ਆਲਾ, ਆਲੇ ਭੀਤਰ ਥਾਤੇ, ਅਸਲ ਵਸਤੂ ਉਥੇ ਆਓ ਕੇ। ਗੁਰ ਸ਼ਬਦ ਦਾ ਅਭਿਆਸ ਜਿੰਨਾ ਕੀਤਾ ਉਹਨਾਂ ਨੂੰ ਦਰਿਆ ਵਗਦਾ ਜਾਪਦਾ। ਉਸ ਦਰਿਆ ਵਿੱਚ ਤੇਰੇ ਮਨ ਨੇ ਇਸ਼ਨਾਨ ਕਰਨਾ ਸੀ। ਗੁਰ ਦਰਿਆਓ ਸਦਾ ਜਲ ਨਿਰਮਲ ਮਿਲਿਆ ਦੁਰਮਤ ਮੈਲ ਹੈਰੇ। ਉੱਥੇ ਕਹਿੰਦੇ ਨੇ ਗੁਸਲ, ਗੁਸਲ ਦਾ ਅਰਥ ਹੈ ਇਸ਼ਨਾਨ, ਕਰਦਨ ਬੋਧ, ਕਰਦਨੀ ਬੋਧ ਕਰਨਾ ਚਾਹੀਦਾ ਸੀ। ਉੱਥੇ ਇਸ਼ਨਾਨ ਕਰਨਾ ਸੀ, ਗੁਰ ਸ਼ਬਦ ਵਿੱਚ ਇਸ਼ਨਾਨ ਕਰਨਾ ਸੀ। ਹਾਂਜੀ, ਗੁਸਲ ਕਰਦਨ ਬੂਦ। ਹਾਂਜੀ, ਕਰ ਫਕਰ ਦਾਇਮ ਲਾਏ ਚਸ਼ਮੇ। ਚਸ਼ਮ ਹੁੰਦੀ ਹੈ ਐਨਕ, ਚਸ਼ਮੇ ਅੱਖਾਂ ਦੇ ਉੱਤੇ ਐਨਕ ਲਾਉਣੀ ਸੀ ਫਕੀਰੀ ਦੀ, ਦਰਵੇਸ਼ੀ ਦੀ, ਸਦਾ ਵਾਸਤੇ ਹੀ ਉਹ ਲਾਈ ਰੱਖਣੀ ਸੀ। ਦਰਵੇਸ਼ੀ ਦੀ, ਫਕੀਰੀ ਦੀ, ਗੁਰਸਿੱਖੀ ਦੀ ਐਨਕ ਜਿੱਥੇ ਹਉਮੈ ਨੇ। ਗੁਰਮੁਖ ਦਾ ਅਰਥ ਹੀ ਹੈ ਗੁਰੂ ਵੱਲ ਸੁਰਤਾ ਜਿਸ ਦੀ। ਕਹਿੰਦੇ ਨੇ ਲਾ ਜੇ ਐਨਕ ਤੂੰ ਇਹ ਲਗਾ ਲਵੇਂ। ਹਾਂਜੀ, ਜਹ ਤਹਾ ਮੌਜੂਦ, ਜਿੱਥੇ ਕਿੱਥੇ ਪ੍ਰਮਾਤਮਾ ਮੌਜੂਦ ਦਿਸੇਗਾ। ਪਰ ਜੇ ਉਹ ਐਨਕ ਹੋਵੇ, ਐਨਕ ਲਾ ਲਈ ਕਾਮ ਦੀ, ਐਨਕ ਲਾ ਲਈ ਕ੍ਰੋਧ ਦੀ, ਲੋਭ ਮੋਹ ਹੰਕਾਰ ਦੀ, ਫਿਰ ਤੇ ਰੱਬ ਤੈਨੂੰ ਕਿਤੇ ਵੀ ਨਹੀਂ ਦਿਸਣਾ, ਵਿਕਾਰ ਦਿਸਣਗੇ। ਪਰ ਜੇ ਐਨਕ ਲਾ ਲਵੇਂ ਕਿਤੇ ਬੇਬੇ ਨਾਨਕੀ ਵਾਲੀ, ਐਨਕ ਲਾ ਲਵੇਂ ਬਾਬਾ ਬੁੱਢਾ ਸਾਹਿਬ ਵਰਗੀ, ਐਨਕ ਲਾਏ ਭਾਈ ਨੰਦ ਲਾਲ ਵਾ। ਉਹ ਕਹਿੰਦੇ ਨੇ ਵੇਖਣ ਵਾਲੀ ਅੱਖ ਹੋਵੇ ਤੇ ਹਰ ਥਾਂ, ਜਾਣਨ ਵਾਲਾ ਦਿਲ ਹੋਵੇ,
हर थां दिल अगर दाना बवद अंदर किनार शियार अस्त चश्म गर बीना बवद दर हर तरफ दीदार अस्त हर पासे उसका दीदार जहां तहां मौजूद। हाँ जी ਅੱਲਾਹ ਪਾਕੰ ਪਾਕ ਹੈ। अल्लाह ਉਹ ਪਰਮਾਤਮਾ ਪਾਕ ਦਾ ਅਰਥ ਹੁੰਦਾ ਪਵਿੱਤਰ, ਪਵਿੱਤਰਾਂ ਤੋਂ ਪਵਿੱਤਰ। ਸਭ ਤੋਂ ਪਵਿੱਤਰ ਕੌਣ ਹੈ ਪੁੱਛੇ ਕੋਈ? ਪਰਮਾਤਮਾ। ਅੱਲਾਹ ਪਾਕੰ ਪਾਕ ਹੈ। ਸ਼ੱਕ ਕਰੂੰ ਜੇ ਦੂਸਰ ਹੋ, ਮੈਂ ਸ਼ੱਕ ਤਾਂ ਕਰਾਂ ਕੋਈ ਦੂਜਾ ਰੱਬ ਹੋਵੇ। ਦੂਜਾ ਤੇ ਹੈ ਨਹੀਂ, ਉਹ ਤੇ ਕੇਵਲ ਇੱਕ ਹੈ। ਹਾਂਜੀ ਕਬੀਰ ਕਰਮ ਕਰੀਮ ਕਾ ਉਹ ਕਰ ਜਾਣੈ ਸੋਏ। ਕਬੀਰ ਸਾਹਿਬ ਕਹਿੰਦੇ ਨੇ ਕਿ ਮੇਰੇ ਤੇ ਕਰਮ ਹੈ। ਕਰਮ ਦਾ ਅਰਥ ਹੁੰਦਾ ਬਖਸ਼ਿਸ਼। ਕਰਮ ਹਿੰਦੀ ਸੰਸਕ੍ਰਿਤ ਵੱਲੋਂ ਹੋਵੇ ਤੇ ਕਰਮ ਕੀਤਾ ਹੋਇਆ ਕੰਮ, ਫਾਰਸੀ ਵੱਲੋਂ ਆਏ ਤੇ ਇਹਦਾ ਅਰਥ ਹੈ ਬਖਸ਼ਿਸ਼। ਕਬੀਰ ਕਰਮ ਕਰੀਮ ਕਾ, ਉਹ ਕਰਮ ਕਰਨ ਵਾਲੇ ਦਾ, ਉਹਦਾ ਕਰਮ ਉਸ ਦੀ ਬਖਸ਼ਿਸ਼ ਹੈ, ਉਹ ਕਰੇ। ਇਹ ਅਵਸਥਾ ਉਹ ਹੀ ਬਣਾਉਂਦਾ ਕਿ ਬੰਦਾ ਪਰਮਾਤਮਾ ਤੇ ਭਰੋਸਾ ਰੱਖੇ ਤੇ ਦਰੋਗ ਜੀਵਨ ਵਿੱਚ ਨਾ ਆਉਣ ਦੇਵੇ, ਇਫਤਰਾ ਜੀਵਨ ਵਿੱਚ ਨਾ ਆਉਣ ਦੇਵੇ। ਪਰ ਇਹ ਹੁੰਦਾ ਐਸਿਆ ਜੀਵਨ ਤਾਂ ਹੀ ਬਣਦਾ ਉਹ ਕਰੇ ਜਾਣੈ ਸੋ। ਉਹ ਹੀ ਸਭ ਕੁਝ ਕਰਦਾ, ਇਹ ਇਸ਼ਨਾਨ ਉਹ ਹੀ ਕਰਵਾਉਂਦਾ ਤੇ ਆਪ ਹੀ ਪਰਮਾਤਮਾ ਜਾਣਦਾ। ਸਤਿਗੁਰੂ ਬਖਸ਼ਿਸ਼ ਕਰੇ ਅਸੀਂ ਖੋਜੀਏ, ਜ਼ਰੂਰ ਖੋਜੋ। ਕਹਿੰਦੇ ਨੇ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ। ਸੰਥਾ ਲਓ, ਲਗਮਾਤਰੀ ਗਿਆਨ ਨੂੰ ਪੜ੍ਹੋ, ਭਾਈ ਗੁਰਦਾਸ ਜੀ ਨੂੰ ਪੜ੍ਹੋ, ਬਾਕੀ ਗ੍ਰੰਥ ਧਾਰਮਿਕ ਪੜ੍ਹੋ, ਖੋਜੋ। ਪਰ ਸਾਰੀ ਖੋਜ ਤਾਂ ਖੋਜਣੀ ਹੈ, ਉਹ ਕਹਿੰਦੇ ਨੇ ਦਿਲ ਖੋਜ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਏ। ਅਖੰਡ ਪਾਠ ਹੋ ਗਿਆ ਪਰ ਮੇਰੇ ਅੰਦਰ ਕੀ ਹੋਇਆ? ਨਿਤਨੇਮ ਹੋ ਗਿਆ ਪਰ ਮਨ ਨੂੰ ਮੈਂ ਕੀ ਖੋਜਿਆ? ਇਹ ਖੋਜਣਾ। 2 ਦਿਨ ਹਾਜ਼ਰੀ ਭਰਦੇ ਹਾਂ, ਬੇਅੰਤੀ ਭੁੱਲਾਂ ਹੋ ਗਈਆਂ ਹੋਣਗੀਆਂ, ਉਹ ਬਖਸ਼ ਲੈਣੀਆਂ। ਸਤਿਗੁਰੂ ਬਖਸ਼ਿਸ਼ ਕਰੇ। ਗੁਰੂ ਪਾਤਸ਼ਾਹ ਧੰਨ ਗੁਰੂ ਰਾਮਦਾਸ ਤੇਰੇ ਅਸਥਾਨ ਦੀ ਧੂੜ ਮਿਲਦੀ ਰਹੇ। ਜੁਗੋ ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ। ਸਿੱਖ ਪੰਥ ਦੀ ਸ਼੍ਰੋਮਣੀ ਸੰਸਥਾ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਸ ਦਾ ਧੰਨਵਾਦ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਸਤਿਗੁਰੂ ਦੇ ਸਹਾਰੇ, ਉਹਨਾਂ ਦਾ ਬਹੁਤ ਬਹੁਤ ਸ਼ੁਕਰਾਨਾ। ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਭੁੱਲਾਂ ਦੀ ਖਿਮਾ ਜੀ, ਉਹ ਸਮਾਂ ਹੋ ਗਿਆ, ਅੱਗੇ ਨਹੀਂ ਜਾਣਾ। ਪਿਆਰ ਸਹਿਤ ਆਓ ਆਖਰੀ ਪੰਕਤੀਆਂ ਦਾ ਪਾਠ ਸਰਵਣ ਕਰੋ। ਫਤਿਹ ਗਜਾਈਏ ਜੀ। ਅੱਲਾਹ ਪਾਕੰ ਪਾਕ ਹੈ। ਸ਼ੱਕ ਕਰੋ ਜੇ ਦੂਸਰ ਹੋਏ। ਕਬੀਰ ਕਰਮ ਕਰੀਮ ਕਾ ਉਹ ਕਰ ਜਾਣੈ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।